ਸਤਿ ਸ਼੍ਰੀ ਅਕਾਲ ਦੋਸਤੋ, ਇਸ ਵੇਲੇ ਆਪਾਂ ਖੜੇ ਹਾਂ ਸਿੰਘੂ ਬਾਰਡਰ ਤੇ ਔਰ ਤੁਸੀਂ ਦੇਖ ਪਾ ਰਹੇ ਹੋ ਮੇਰੇ ਨਾਲ ਨਿਹੰਗ ਸਿੰਘ ਜੀ ਖੜੇ ਨੇ ਔਰ ਪੂਰੇ ਬਾਣੇ ਦੇ ਵਿੱਚ ਨੇ ਔਰ ਗੁਰੂ ਦੀ ਫੌਜ ਜਿਹੜੀ ਹੈਗੀ ਇਸ ਵੇਲੇ ਸਾਜੀ ਹੋਈ ਹੈ ਔਰ ਬਾਰਡਰ ਤੇ ਖੜੀ ਹੈ। ਬਾਰਡਰ ਦੇ ਪਾਰਲੇ ਪਾਸੇ ਜੇ ਆਪਾਂ ਦੇਖੀਏ ਤਾਂ ਉੱਥੇ ਇਸ ਵੇਲੇ ਪੂਰੇ ਸੁਰੱਖਿਆ ਬਲ ਲੱਗੇ ਹੋਏ ਨੇ ਔਰ ਟਰੱਕ ਵੀ ਉਹਨਾਂ ਨੇ ਮੁਸਤੈਦ ਕੀਤੇ ਹੋਏ ਨੇ, ਕੰਕਰੀਟ ਵੀ ਭਰੀ, ਮਿੱਟੀ ਵੀ ਭਰੀ ਹੋਈ ਆ ਉਹਨਾਂ ਦੀ। ਅੱਛਾ ਬਾਬਾ ਜੀ, ਤੁਸੀਂ ਇੱਥੇ ਬਾਰਡਰ ਤੇ ਖੜੇ ਹੋ, ਕੀ ਕਹੋਗੇ? ਬਾਰਡਰ ਤੇ ਬਾਬਾ ਜੀ ਇਹ ਮੋਦੀ ਦੀਆਂ ਨਾਕਾਮੀਆਂ। ਅਸੀਂ ਉਹਨੂੰ ਪ੍ਰਧਾਨ ਮੰਤਰੀ ਚੁਣਿਆ ਸੀ, ਸਾਡੀ ਜਨਤਾ ਨੇ, ਅਸੀਂ ਚੁਣਿਆ, ਸਾਰਿਆਂ ਨੇ ਅਸੀਂ ਚੁਣਿਆ ਤਾਂ ਇਸ ਲਈ ਸੀ ਵੀ ਰਾਜਾ ਵਧੀਆ ਹੋਊਗਾ। ਜੇ ਰਾਜਾ ਸੁਖੀ ਹੋਵੇ ਤਾਂ ਪ੍ਰਜਾ ਸੁਖੀ ਹੁੰਦੀ ਆ, ਜਦੋਂ ਰਾਜਾ ਮਾੜਾ ਹੋਵੇ ਫਿਰ ਪ੍ਰਜਾ ਦੁਖੀ ਹੋ ਜਾਂਦੀ ਹੈ ਜੀ। ਗੁਰੂ ਸਾਹਿਬਾਨ ਦੀਆਂ ਫੌਜਾਂ ਜਿਹੜੀਆਂ ਹੈਗੀਆਂ ਇਸ ਵੇਲੇ ਬਾਰਡਰ ਤੇ ਡਟ ਗਈਆਂ ਨੇ, ਅਗਲੀ ਵਿਉਂਤਬੰਦੀ ਕੀ ਹੈਗੀ ਆ? ਇਹ ਤਾਂ ਹੁਣ ਜਿਹੜੀ ਕੱਲ੍ਹ ਨੂੰ ਮੀਟਿੰਗ ਹੈ, ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ, ਸਾਡੇ ਜਿਹੜੇ ਕਿਸਾਨ, ਜਿਹੜੇ ਸਾਡੇ ਆਗੂ ਆ, ਉਹ ਕੀ ਫੈਸਲਾ ਲੈਂਦੇ ਆ, ਉਹ ਉਹਨਾਂ ਦਾ ਫੈਸਲਾ ਹੈ। ਖਾਲਸਾ ਜਿਹੜਾ ਇਹ ਤਾਂ ਫਿਰ ਹੁਕਮ ਕਰਦਾ, ਜੋ ਖਾਲਸੇ ਨੂੰ ਹੁਕਮ ਹੋਇਆ ਸਾਡੇ ਜਥੇਦਾਰ ਵੱਲੋਂ, ਉਸ ਹੁਕਮ ਤੇ ਫਿਰ ਅਸੀਂ ਜਿਵੇਂ ਵੀ ਹੁਕਮ ਹੋਇਆ ਉਹ ਜੀ ਰਣਨੀਤੀ ਅੱਗੇ। ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈਗਾ, ਦਿੱਲੀ ਲਗਾਤਾਰ ਮੀਟਿੰਗਾਂ ਕਰੀ ਜਾ ਰਹੀ ਹੈ ਸਰਕਾਰਾਂ, ਬਾਰ-ਬਾਰ ਜਿਹੜਾ ਆਪਣਾ ਰਵੱਈਆ ਹੈਗਾ ਉਹ ਢਿੱਲਾ ਨਹੀਂ ਕਰ ਰਹੀਆਂ। ਉੱਥੇ ਲਗਾਤਾਰ ਮੀਟਿੰਗਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਕਾਨੂੰਨ ਵਾਪਸ ਨਹੀਂ ਕੀਤੇ ਜਾਣਗੇ, ਭਾਵੇਂ ਇਹਨਾਂ 'ਚ ਸੋਧ ਕਰਾ ਲਓ। ਇਸ ਤੇ ਤੁਸੀਂ ਕੀ ਕਹੋਗੇ? ਇਹਨਾਂ ਦੀ ਨੀਤ ਦੇ ਵਿੱਚ ਸ਼ੱਕ ਹੈਗਾ ਮੋਦੀ ਦੇ। ਇਹਨਾਂ ਨੂੰ ਚਾਹੀਦਾ ਫੈਸਲਾ ਸੁਣਨਾ ਜਨਤਾ ਦਾ। ਜਿਵੇਂ ਰਾਮਚੰਦਰ ਸੀ, ਰਾਮਚੰਦਰ ਜੀ ਪ੍ਰਜਾ ਦਾ ਫੈਸਲਾ ਸੁਣਦੇ ਸੀ। ਇਹ ਕਹਿੰਦੇ ਰਾਮਚੰਦਰ ਵਰਗਾ ਅਸੀਂ ਰਾਜ ਦਿੰਦੇ ਆ, ਤੇ ਜਿਹੜਾ ਰਾਮਚੰਦਰ ਦਾ ਰਾਜ ਤਾਂ ਤੁਸੀਂ ਸੁਣਿਆ, ਆਪਾਂ ਹਿਸਟਰੀ 'ਚ ਸਾਰਿਆਂ ਨੇ ਸੁਣਿਆ, ਕਿੱਡਾ ਵਧੀਆ ਰਾਜ ਸੀ। ਪ੍ਰਜਾ ਜੋ ਫੈਸਲਾ ਲੈਂਦੀ ਸੀ, ਕੋਈ ਮਰਜ਼ਾਦਾ ਦੀ ਗੱਲ ਹੁੰਦੀ ਸੀ, ਕੋਈ ਪ੍ਰਜਾ ਦੇ ਕੋਈ ਗੱਲ ਹੁੰਦੀ ਸੀ, ਉਹ ਉਹਨਾਂ ਨੂੰ ਪ੍ਰਜਾ ਨੂੰ ਪਹਿਲ ਦਿੰਦੇ ਸੀ। ਮੰਨ ਲਓ ਕੱਲ ਦੀ ਮੀਟਿੰਗ ਦੇ ਵਿੱਚ ਵੀ ਜੇ ਕੋਈ ਸਿੱਟਾ ਨਹੀਂ ਨਿਕਲਦਾ, ਕਿਸਾਨ ਜਥੇਬੰਦੀਆਂ ਵੀ ਅੱਗੇ ਵਧਣ ਦਾ ਹੁੰਗਾਰਾ ਦੇ ਦਿੰਦੀਆਂ, ਤਾਂ ਨਿਹੰਗ ਸਿੰਘਾਂ ਦੀ ਵਿਉਂਤਬੰਦੀ ਕੀ ਰਹੇਗੀ ਅੱਗੇ ਦੀ? ਨਿਹੰਗ ਸਿੰਘ ਜਿਹੜੀ ਫੌਜ ਹੈ ਇਹ ਅੱਗੇ ਲਾ ਕੇ ਚੱਲਦੀ ਹੈ, ਕਿਉਂਕਿ ਇਹ ਜਿਹੜੀ ਆ ਫੌਜ ਹੈ ਬੁੱਢਾ ਦਲ, ਸ਼੍ਰੋਮਣੀ ਪੰਥ ਬੁੱਢਾ ਦਲ ਦੀਆਂ ਫੌਜਾਂ। ਬੁੱਢਾ ਦਲ ਹਮੇਸ਼ਾ ਹੀ ਅੱਗੇ ਲਾ ਕੇ ਚੱਲਦਾ, ਪਿੱਛੇ ਨਹੀਂ ਮੁੜਦੀਆਂ ਫੌਜਾਂ, ਨਾ ਹੀ ਪਿੱਛੇ ਮੁੜਨ ਦਾ ਇਹਨਾਂ ਨੂੰ ਹੁਕਮ, ਅੱਗੇ ਵੱਧਦੀਆਂ ਫੌਜਾਂ। ਤਾਂ ਕਰਕੇ ਇਹ ਤਾਂ ਫਿਰ ਅੱਗੇ ਨੂੰ ਜਾਣਗੀਆਂ, ਸਾਰਿਆਂ ਦੇ ਅੱਗੇ ਇਹਨਾਂ ਨੇ ਤੁਰਨਾ। ਉਸ ਤੋਂ ਬਾਅਦ ਇਹ ਜਿਹੜਾ ਇੰਨਾ ਤਕੜਾ ਸੁਰੱਖਿਆ ਬਲ ਇਹਨਾਂ ਨੇ ਲਗਾਇਆ ਹੈਗਾ, ਇੱਥੇ ਟਰੱਕ ਵੀ ਖੜੇ ਕੀਤੇ, ਬੈਰੀਕੇਡਿੰਗ ਵੀ ਬਹੁਤ ਕੀਤੀ ਹੋਈ ਹੈ ਔਰ ਬਹੁਤ ਕਾਫੀ ਮਾਤਰਾ ਦੇ ਵਿੱਚ ਜਿਹੜੇ ਹੈਗੇ ਇੱਥੇ ਫੌਜੀ ਤਾਇਨਾਤ ਕੀਤੇ ਗਏ ਨੇ, ਇਹਨਾਂ ਨੂੰ ਲੰਘਣਾ ਕਿਤੇ ਸੌਖਾ ਹੋ ਸਕਦਾ ਆ? ਇਹ ਤਾਂ ਬਾਬਾ ਜੀ ਅਕਾਲ ਪੁਰਖ ਦੀ ਖੇਡ ਹੈ, ਰਾਮ ਦੀ ਖੇਡ ਹੈ, ਉਹਨੇ ਭਾਣਾ ਵਰਤਾਉਣਾ। ਇਹ ਤਾਂ ਕੀ ਵੱਡੀਆਂ ਖਾਲਸਾ ਤਾਂ ਵੱਡੀਆਂ ਲੰਘ ਗਿਆ ਇਹਦੇ ਵਿੱਚ। ਇੱਥੇ ਦਿੱਲੀ ਦੇ ਵਿੱਚ ਮੋਰੀ ਗੇਟ ਤੁਸੀਂ ਸੁਣਿਆ, ਮੋਰੀ ਗੇਟ, ਮੋਰੀ ਵਿੱਚ ਦੀ ਖਾਲਸਾ ਵੜਿਆ ਸੀ, ਫਿਰ ਜਾ ਕੇ ਲਾਲ ਕਿਲੇ ਜਾ ਕੇ ਖੜਿਆ ਸੀ। ਖਾਲਸੇ ਦੇ ਨਾਲ ਸ਼ਹੀਦੀ ਫੌਜਾਂ ਹੁੰਦੀਆਂ, ਖਾਲਸੇ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਦੀ ਰੱਖਿਆ ਕਰਦੇ ਆ। ਫਿਰ ਉਹ ਪਿੱਛੇ ਮੁੜ ਕੇ ਨਹੀਂ ਤੇ ਉਹਦੇ ਮਗਰ ਫਿਰ ਫੌਜਾਂ ਦੂਜੀਆਂ ਵੀ ਚੱਲ ਪੈਂਦੀਆਂ, ਸ਼ਹੀਦੀ ਫੌਜਾਂ ਵੀ। ਫਿਰ ਇਹ ਖਾਲਸਾ ਰੁਕਦਾ ਨਹੀਂ। ਇਹ ਤਾਂ ਜੇ ਮੋਰੀ ਗੇਟ ਆ, ਮੋਰੀ ਗੇਟ ਦੇ ਵਿੱਚ ਦੀ ਵੜ ਕੇ ਸਾਰਾ ਕਿਲਾ ਫਤਿਹ ਕਰ ਦਿੱਤਾ ਸੀ ਉਹਨਾਂ ਨੇ, ਕੰਧ ਵਿੱਚ ਦੀ। ਉਹ ਮੋਰੀ ਗੇਟ ਅਜੇ ਵੀ ਦਿੱਲੀ ਦੇ ਵਿੱਚ ਹੈ। ਆਪਾਂ ਮੰਨ ਕੇ ਚੱਲਦੇ ਹਾਂ, ਚਲੋ ਕੱਲ ਦੀ ਮੀਟਿੰਗ ਜੇਕਰ ਵਿਫਲ ਹੋ ਜਾਂਦੀ ਆ, ਆਪਾਂ ਅੱਗੇ ਵੀ ਵਧ ਜਾਂਦੇ ਹਾਂ, ਇੱਥੋਂ ਬੈਰੀਕੇਡਿੰਗ ਵੀ ਲੰਘ ਜਾਂਦੇ ਆ, ਤਾਂ ਅੱਗੇ ਜਾ ਕੇ ਆਪਣਾ ਅਗਲਾ ਪੜਾਅ ਕਿੱਥੇ ਜਾ ਕੇ ਰੁਕੇਗਾ? ਉਹ ਤਾਂ ਹੁਣ ਪਰਮਾਤਮਾ ਨੂੰ ਪਤਾ, ਮਹਾਰਾਜ ਜਾਣਦੇ। ਅੱਗੇ ਤਾਂ ਲਾਲ ਕਿਲਾ ਤੇ ਹੋਊਗਾ, ਫਿਰ ਇਹ ਤਾਂ ਪੜਾਅ ਜਾ ਕੇ ਖਾਲਸੇ ਨੇ ਤਾਂ ਲਾਲ ਕਿਲੇ ਤੇ ਬੈਠਣਾ ਜਾ ਕੇ, ਫਿਰ ਲਾਲ ਕਿਲੇ ਤੇ ਜਾ ਕੇ ਪੜਾਅ ਹੋਊਗਾ, ਫੈਸਲਾ ਫਿਰ ਉੱਥੇ ਹੋਊਗਾ ਕਿ ਕਿਹਨੂੰ। ਅਸੀਂ ਆਪਣੇ ਜਥੇਬੰਦੀਆਂ ਦੇ ਹੁਕਮ ਦੇ ਨਾਲ ਚੱਲਾਂਗੇ। ਸਾਡੇ ਕਿਸਾਨ ਭਾਈਚਾਰੇ ਨੇ ਜਿਹੜੇ, ਜਿਨ੍ਹਾਂ ਦੇ ਨਾਲ ਇੰਨਾ ਧੱਕਾ ਹੋ ਰਿਹਾ, ਇਹ ਬਿੱਲ ਨਹੀਂ, ਇਹ ਮੌਤ ਦਾ ਘਰ ਹੈ। ਬਾਕੀ ਜਦੋਂ ਉਹਨਾਂ ਦੇ ਜਿਹੜੇ ਮੇਨ ਮੌਜੂਦਾ ਮੈਂਬਰ ਨੇ, ਜਦੋਂ ਸਾਨੂੰ ਕਹਿ ਦੇਣਗੇ, ਬਾਕੀ ਆ ਸਾਡੇ ਸਾਹਮਣੇ ਜਿਹੜੇ ਗੇਟ ਗੂਟ ਜੇ ਖੜੇ ਨੇ, ਇਹ ਤਾਂ ਖਾਲਸੇ ਦੇ ਕੋਈ ਚੀਜ਼ ਨਹੀਂ। ਘੋੜੇ ਤਾਂ ਸਾਡੇ ਕੋਲ ਇਹੋ ਜਿਹੇ ਨੇ, ਮਹਾਰਾਜ ਦੀ ਕਿਰਪਾ ਨਾਲ, ਇਹ ਪੁਰਾਤਨ ਰਵਾਇਤੀ ਘੋੜੇ ਨੇ, ਜੰਗੀ ਘੋੜੇ ਨੇ, ਜਿਨ੍ਹਾਂ ਨੇ ਜੰਗਾਂ ਯੁੱਧਾਂ ਜਿੱਤੀਆਂ ਹੋਈਆਂ, ਉਹਨਾਂ ਦੀ ਗਾਂ ਪੀੜ੍ਹੀ ਤੁਰੀ ਆਉਂਦੀ ਹੈ। ਇਹ ਘੋੜੇ ਤਾਂ ਗੁਰੂ ਸਾਹਿਬ ਜੀ ਦੇ ਦਰਿਆ ਪਾਰ ਕਰਕੇ, ਤਾਂ ਫਿਰ ਵੀ ਆ ਸੜਕ ਆ ਖੰਭੇ ਜੀ ਨੇ, ਇਹਨਾਂ ਦੇ ਅੱਗੇ ਕੀ ਚੀਜ਼ ਹੈ? ਕੁਛ ਵੀ ਨਹੀਂ ਹੈ। ਬਾਕੀ ਅਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਤਿਆਰ ਪਰ ਤਿਆਰ ਹੋ ਕੇ, ਜੇ ਤਾਂ ਬਿੱਲ ਵਾਪਸ ਲੈ ਲੂਗਾ, ਅਸੀਂ ਇਹ ਗੱਲ ਦਾ ਵੀ ਧੰਨਵਾਦ ਕਰਾਂਗੇ ਮੋਦੀ ਦਾ ਕਿ ਬਹੁਤ ਵਧੀਆ ਕਾਰਜ ਕੀਤਾ। ਤੇ ਜੇ ਨਹੀਂ ਲਊਗਾ ਫਿਰ ਸਾਨੂੰ ਕਰਾਉਣੇ ਵੀ ਆਉਂਦੇ ਆ, ਤੇ ਡਾਂਗ ਤਾਂ ਸਾਡੇ ਕੋਲ ਹੈ ਹੀ ਹੈ ਨਾ, ਫਿਰ ਅਕਲਦਾਨ ਫਿਰ ਇਹ ਅਕਲ ਵੀ ਦੇ ਦਿੰਦੀ ਆ। ਫਿਰ ਅਸੀਂ ਦਿੱਲੀ ਨੂੰ ਜਦੋਂ ਕੂਚ ਹੋਵਾਂਗੇ ਤਿਆਰ ਪਰ ਤਿਆਰ ਹੋ ਕੇ ਘੋੜਿਆਂ ਦੀ ਕਾਠੀਆਂ 'ਤੇ, ਫਿਰ ਦਿੱਲੀ ਫਤਿਹ ਕਰਕੇ ਉੱਥੇ ਆਪਣਾ ਨਿਸ਼ਾਨ ਸਾਹਿਬ ਦਿੱਲੀ ਲਾ ਕੇ, ਫਿਰ ਜਕਾਰੇ ਛੱਡਦੇ, ਫਿਰ ਆਪਣੇ ਸਾਰੀਆਂ ਹੱਕ ਦੀਆਂ ਮੰਗਾਂ ਲੈ ਕੇ ਫਿਰ ਪੰਜਾਬ ਦੀ ਧਰਤੀ 'ਤੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਜਿਵੇਂ ਕਿ ਤੁਸੀਂ ਦੇਖਿਆ ਕਿ ਇੱਥੇ ਨਿਹੰਗ ਸਿੰਘਾਂ ਨੇ ਤਾਂ ਆਪਣਾ ਫਰਮਾਨ ਸੁਣਾ ਦਿੱਤਾ। ਮੈਂ ਤੁਹਾਨੂੰ ਇੱਕ ਵਾਰੀ ਇੱਥੇ ਬੈਰੀਕੇਡਸ ਜ਼ਰੂਰ ਦਿਖਾਉਣਾ ਚਾਹੂੰਗਾ ਨੇੜੇ ਤੋਂ। ਤੁਸੀਂ ਦੇਖ ਪਾ ਰਹੇ ਹੋ ਇੱਥੇ ਕਿ ਕਿਸ ਤਰ੍ਹਾਂ ਇਹ ਬੈਰੀਕੇਡਸ ਜਿਹੜੇ ਹੈਗੇ ਲਗਾਏ ਗਏ ਨੇ ਪੂਰੀ ਮੁਸਤੈਦੀ ਦੇ ਨਾਲ। ਇੱਥੇ ਸੁਰੱਖਿਆ ਬਲ ਵੀ ਜਿਹੜਾ ਹੈਗਾ ਮੌਜੂਦ ਹੈਗਾ। ਉਹਨਾਂ ਦੇ ਇੱਕ ਲੇਅਰ ਜਿਹੜੀ ਹੈਗੀ ਅੱਗੇ ਲਗਾਈ ਗਈ ਹੈ। ਉਸ ਤੋਂ ਬਾਅਦ ਪਿੱਛੇ ਜਿਹੜੇ ਹੈਗੇ ਟਰੱਕ ਖੜੇ ਕੀਤੇ ਗਏ ਨੇ ਜੋ ਕਿ ਇਸ ਵੇਲੇ ਮਿੱਟੀ ਦੇ ਨਾਲ ਕੰਕਰੀਟ ਦੇ ਨਾਲ ਜਿਹੜੇ ਹੈਗੇ ਲਗਾਤਾਰ ਭਰੇ ਹੋਏ ਨੇ। ਤੁਸੀਂ ਦੇਖ ਪਾ ਰਹੇ ਹੋ ਕੈਮਰੇ ਦੇ ਵਿੱਚ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਡੇ ਸਾਹਮਣੇ ਹਨ। ਫਰਮਾਨ ਜਾਰੀ ਹੋ ਚੁੱਕਾ ਹੈ ਕਿ ਜੇਕਰ ਕੱਲ੍ਹ ਨੂੰ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਤੇ ਸਰਕਾਰ ਦੇ ਵਿੱਚ, ਜੇਕਰ ਇਹ ਸਿਰੇ ਨਹੀਂ ਚੜ੍ਹਦੀ ਤਾਂ ਸਿੰਘਾਂ ਦਾ ਕਹਿਣਾ ਹੈ ਕਿ ਜੋ ਕਿਸਾਨ ਜਥੇਬੰਦੀਆਂ ਦਾ ਆਦੇਸ਼ ਹੋਏਗਾ, ਜੋ ਉਹਨਾਂ ਦਾ ਫਰਮਾਨ ਹੋਏਗਾ, ਤਾਂ ਇਹ ਬੈਰੀਕੇਡਸ ਜਿਹੜੇ ਹੈਗੇ ਨੇ ਕੁਝ ਵੀ ਨਹੀਂ ਹਨ ਇਹਨਾਂ ਘੋੜਿਆਂ ਮੂਹਰੇ ਜੋ ਇਹਨਾਂ ਨੂੰ ਆਰਾਮ ਨਾਲ ਲੰਘ ਸਕਦੇ ਨੇ। ਅਤੇ ਇਹਨਾਂ ਦਾ ਕਹਿਣਾ ਹੈ ਕਿ ਇਹ ਬੈਰੀਕੇਡਸ ਲੰਘਣ ਤੋਂ ਬਾਅਦ ਇਹਨਾਂ ਦਾ ਅਗਲਾ ਪੜਾਅ ਜਿਹੜਾ ਹੈਗਾ ਉਹ ਲਾਲ ਕਿਲਾ ਹੋਏਗਾ। ਮੈਂ ਨੀਰਜ, ਕੈਮਰਾਮੈਨ ਚਿਰਾਗ ਦੇ ਨਾਲ ਸਾਂਝਾ ਮੁੱਦਾ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਜੀ। ਮੈਂ ਤੁਹਾਡਾ ਆਪਣਾ ਦਲਵਿੰਦਰ ਦਿਆਲਪੁਰੀ। ਸਾਂਝਾ ਮੁੱਦਾ, ਹੱਕ ਸੱਚ ਦਾ ਸਾਂਝਾ ਮਹਾਜ਼। ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਕਮੈਂਟ ਕਰੋ ਔਰ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਕਰੋ, ਕਿਉਂਕਿ ਦੇਖੋ ਸਾਂਝਾ ਮੁੱਦਾ।